ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 24ਵੀਂ ਤੇ ਪਦ ਪਹਿਲਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ, ਇੰਨਾ ਅਕਲ ਵਾਲਾ ਨਹੀਂ ਜਿਹੜਾ ਪ੍ਰੀਤਮ ਪਿਆਰੇ ਦੀਆਂ ਰਮਜ਼ਾਂ ਸਮਝ ਸਕੇ। ਜਿੰਨੀਆਂ ਉਹ ਸਮਝਾਉਂਦੇ ਹਨ ਉਹਨਾਂ ਪ੍ਰਾਣੀ ਸਮਝਦਾ ਹੈ, ਜਿੰਨਾ ਉਹ ਬੁਲਾਉਂਦੇ ਹਨ ਉਹਨਾਂ ਬੋਲਦਾ ਹੈ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਸੁਣਦਾ ਹੈ। ਇਹ ਮਿੱਟੀ ਦਾ ਪੁਤਲਾ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੈ। ਜਿਵੇਂ ਸੱਚੇ ਪਾਤਸ਼ਾਹ ਚਲਾਉਂਦੇ ਹਨ ਉਸ ਤਰ੍ਹਾਂ ਇਹ ਚੱਲਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ ਇਨਸਾਨ ਨੂੰ ਆਪਣਾ ਆਪ ਸਵਾਰਨ ਦੇ ਲਈ, ਆਪਣਾ ਜੀਵਨ ਵਡਮੁੱਲਾ ਬਣਾਉਣ ਦੇ ਲਈ, ਮੋਕਸ਼ ਪ੍ਰਾਪਤ ਕਰਨ ਦੇ ਲਈ, ਪ੍ਰਭੂ ਦੇ ਵਿੱਚ ਅਭੇਦ ਹੋਣ ਦੇ ਲਈ ਬਹੁਤ ਹੀ ਪਿਆਰੀ ਵਡਮੁੱਲੀ ਦਾਤ ਦਿੱਤੀ ਹੈ। ਸੁਖਮਣੀ ਸਾਹਿਬ ਸੁੱਖਾਂ ਦਾ ਖਜ਼ਾਨਾ, ਅੰਮ੍ਰਿਤ ਦਾ ਸਾਗਰ। ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਮਿਹਰ ਦਾ ਮੀਂਹ ਪਾਇਆ ਹੈ ਆਪਣੇ ਪਿਆਰੇ ਸਿੱਖਾਂ ਉੱਤੇ। ਇੱਕ ਪਾਸੇ ਪ੍ਰਭੂ ਪ੍ਰੀਤਮ ਹੈ, ਈਸ਼ਵਰ ਹੈ ਜਿਹੜਾ ਸਦੀਵੀ ਹੈ, ਕਦੇ ਬਦਲਦਾ ਨਹੀਂ ਹੈ, ਹਮੇਸ਼ਾ ਉਸੇ ਤਰ੍ਹਾਂ ਆਦਿ ਜਗਾਦ ਤੋਂ ਹੈ। ਦੂਸਰੇ ਪਾਸੇ ਪ੍ਰਾਣੀ ਹੈ, ਇਨਸਾਨ ਹੈ ਜਿਹੜਾ ਉਹਦਾ ਮੁੱਖ ਐਮਜ ਹੈ। ਧਰਤੀ ਉੱਤੇ ਸਭ ਤੋਂ ਸਿਆਣਾ ਜੀਵ ਹੈ, ਉਹਦਾ ਸ਼ੋ ਮਾਡਲ ਹੈ। ਸੱਚੇ ਪਾਤਸ਼ਾਹ ਨੇ ਬਹੁਤ ਹੀ ਪਿਆਰ ਦੇ ਨਾਲ ਇਨਸਾਨ ਨੂੰ ਬਣਾਇਆ ਹੈ ਤੇ ਧਰਤੀ ਉੱਤੇ ਇੱਕ ਰਾਜੇ ਦੇ ਰੂਪ ਦੇ ਵਿੱਚ ਟਿਕਾਇਆ ਹੈ। ਪਰ ਇਹ ਰਾਜਾ ਆਪਣੇ ਆਪ ਉੱਤੇ ਰਾਜ ਨਹੀਂ ਕਰ ਸਕਦਾ, ਭੁੱਲ ਗਿਆ ਤੇ ਆਪਣੇ ਆਪ ਦੇ ਵਿੱਚ ਭੈੜੀਆਂ ਆਦਤਾਂ ਦੇ ਵਿੱਚ ਪੈ ਕੇ ਆਪਣਾ ਸਵੈਮਾਨ ਗਵਾ ਚੁੱਕਾ ਹੈ। ਉਹ ਖਿੱਚ ਮਾਇਆ ਦੀ ਦੇ ਵਿੱਚ ਫਸ ਗਿਆ ਤੇ ਜਿਹਨੇ ਰਾਜਾ ਬਣਾਇਆ ਸੀ, ਬਾਦਸ਼ਾਹੀ ਦਿੱਤੀ ਸੀ, ਉਹਨੂੰ ਭੁੱਲ ਗਿਆ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਇਹੀ ਯਾਦ ਦਿਲਾਉਂਦੇ ਹਨ ਕਿ ਮਿਸਟਰ ਹਿਊਮਨ ਬੀਇੰਗ ਕਮ ਬੈਕ, ਯੂ ਨੈਵਰ ਲੇਟ। ਆਪਣੇ ਜੀਵਨ ਨੂੰ ਸੁਧਾਰ ਲੈ, ਆਪਣੇ ਜੀਵਨ ਨੂੰ ਪਵਿੱਤਰ ਬਣਾ ਲੈ, ਸਾਸ ਸਾਸ ਉਹਨੂੰ ਧਿਆ ਲੈ। 24,000 ਅੱਖਰਾਂ ਦੀ ਵਰਤੋਂ ਕੀਤੀ ਹੈ ਸੱਚੇ ਪਾਤਸ਼ਾਹ ਨੇ। 24 ਅਸ਼ਟਪਦੀਆਂ ਹਨ ਤੇ ਇੱਕ ਅਸ਼ਟਪਦੀ ਦੇ ਵਿੱਚ 1000 ਅੱਖਰ ਹਨ ਤੇ 8 ਪਦ ਹਨ, 8 ਭਾਗ ਹਨ। ਦੂਸਰੇ ਪਾਸੇ ਦਿਨ ਤੇ ਰਾਤ ਹੈ, 24 ਘੰਟੇ ਹਨ। 24 ਘੰਟਿਆਂ ਦੇ ਵਿੱਚ 8 ਪਹਿਰ ਹਨ। 3 ਘੰਟੇ ਜਾਣੀ 3 ਘੜੀਆਂ ਨੂੰ ਮਿਲਾ ਕੇ ਇੱਕ ਪਹਿਰ ਬਣਦਾ ਹੈ। 8 ਪਦ ਤੇ 8 ਪਹਿਰ ਸੱਚੇ ਪਾਤਸ਼ਾਹ ਚੱਲ ਨੂੰ ਅਚਲ ਦੇ ਨਾਲ ਸਮੇਲਣਾ ਚਾਹੁੰਦੇ ਹਨ। 24 ਅਸ਼ਟਪਦੀਆਂ, 24 ਘੰਟੇ, 24,000 ਅੱਖਰ, 24,000 ਸਵਾਸ।
ਸੱਚੇ ਪਾਤਸ਼ਾਹ ਨੇ ਆਰਜੀ ਨੂੰ ਸਥਾਈ ਵੱਲ ਤੋਰਿਆ ਹੈ, ਸਮਝਾਇਆ ਹੈ ਕਿ ਤੇਰਾ ਭਲਾ ਇਸ ਵਿੱਚ ਹੈ ਕਿ ਤੂੰ ਸਮਰਪਣ ਕਰ ਦੇਵੇਂ, ਸੰਘਰਸ਼ ਛੱਡ ਦੇਵੇਂ। ਪ੍ਰਾਣੀ, ਸੰਘਰਸ਼ ਤੂੰ ਕਿਹਦੇ ਨਾਲ ਕਰ ਰਿਹਾ ਹੈ? ਕੁਦਰਤ ਨਾਲ, ਵਾਹਿਗੁਰੂ ਨਾਲ, ਜਿਹਦਾ ਤੂੰ ਹਿੱਸਾ ਹੈ ਕੁਦਰਤ ਦਾ, ਜਾਂ ਜਿਹਨੇ ਤੈਨੂੰ ਸਾਜਿਆ ਹੈ, ਰਚਿਆ ਹੈ। ਤੇਰਾ ਸੰਘਰਸ਼ ਦੋਨਾਂ ਨਾਲ ਵਾਜਬ ਨਹੀਂ ਹੈ। ਤੇਰਾ ਭਲਾ ਹੈ ਤੂੰ ਕੁਦਰਤ ਦੇ ਨਾਲ ਲਿਵ ਐਂਡ ਲੈਟ ਲਿਵ, ਜੀਓ ਅਤੇ ਜੀਣ ਦੇ ਉਹਦੀ ਨੀਤੀ ਉੱਤੇ ਅਮਲ ਕਰੇ ਤੇ ਰਚਣ ਹਾਰੇ ਅੱਗੇ ਸਮਰਪਣ ਕਰ ਦੇਵੇਂ, ਸਰੈਂਡਰ ਕਰ ਦੇਵੇਂ, ਤਾਂ ਕਿ ਤੂੰ ਉਹਦੀ ਮਿਹਰ ਪ੍ਰਾਪਤ ਕਰ ਸਕੇ। ਤੇਰੀ ਆਕੜ, ਤੇਰੀ ਮੈਂ ਇੱਕ ਦੀਵਾਰ ਖੜੀ ਕਰੀ ਬੈਠੀ ਹੈ, ਜਿਹੜੀ ਕਿ ਤੈਨੂੰ ਮਿਹਰ ਪ੍ਰਾਪਤ ਨਹੀਂ ਕਰ ਦਿੰਦੀ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਪ੍ਰਭੂ ਦੀ ਭਗਤੀ, ਪ੍ਰਭੂ ਦੀ ਆਰਾਧਨਾ, ਪ੍ਰਭੂ ਦੀ ਮਹਿਮਾ ਗਾਇਨ ਕੀਤੀ ਹੈ। ਵਾਹਿਗੁਰੂ ਦਾ ਵਿਸਤਾਰ ਸਮਝਾਇਆ ਹੈ, ਉਹਦਾ ਸੂਖਮਪਣ ਦਰਸਾਇਆ ਹੈ। ਸੱਚੇ ਪਾਤਸ਼ਾਹ ਨੇ ਉਹਦੀ ਮਰਜ਼ੀ ਉੱਤੇ ਬਹੁਤ ਹੀ ਵਿਸਤਾਰ ਨਾਲ ਚਾਨਣਾ ਪਾਇਆ ਹੈ। ਮਰਜ਼ੀ ਦਾ ਮਾਲਕ ਹੈ ਮੇਰਾ ਪਿਆਰਾ ਪ੍ਰਭੂ। ਉਹ ਆਪ ਦੀ ਇੱਛਾ ਤੋਂ ਬਿਨਾਂ ਕਿਸੇ ਹੋਰ ਦੀ ਸਲਾਹ ਨਹੀਂ ਲੈਂਦਾ। ਆਪ ਦੀ ਮਰਜ਼ੀ ਕਰਕੇ ਪ੍ਰਸੰਨ ਹੁੰਦਾ ਹੈ। ਜਦੋਂ ਉਹਨੇ ਇਹ ਸ੍ਰਿਸ਼ਟੀ ਸਾਜੀ ਵੀ ਨਹੀਂ ਸੀ, ਇਕੱਲਾ ਸੀ, ਇਹ ਸਾਰਾ ਪਰਿਵਾਰ ਅਜੇ ਸਜਿਆ ਨਹੀਂ ਸੀ, ਤਦ ਵੀ ਉਹ ਪ੍ਰਸੰਨ ਸੀ, ਮਹਾ ਆਨੰਦ ਦੇ ਵਿੱਚ ਸੀ ਤੇ ਆਪਣੇ ਆਪ ਦੇ ਵਿੱਚ ਪ੍ਰਸੰਨ, ਅਤੀ ਪ੍ਰਸੰਨ ਸੀ। ਹੁਣ ਉਹਨੇ ਕੁਦਰਤ ਸਾਜ ਦਿੱਤੀ ਹੈ, ਰਚਨਾ ਰਚਾ ਦਿੱਤੀ ਹੈ, ਉਹ ਵੀ ਬੇਅੰਤ। ਉਹਦਾ ਅੰਤ ਲੱਭਿਆ ਨਹੀਂ ਜਾ ਸਕਦਾ। ਵਿਗਿਆਨੀਆਂ ਨੇ ਸਿਰ ਤੋੜ ਯਤਨ ਕਰਕੇ ਵੇਖ ਲਏ ਹਨ ਕਿ ਪ੍ਰਭੂ ਦਾ ਅੰਤ ਲੱਭ ਜਾਵੇ। ਭਲਾ ਪੁੱਤਰ ਪਿਤਾ ਬਾਰੇ ਕਿਵੇਂ ਗਿਆਨ ਪ੍ਰਾਪਤ ਕਰ ਸਕਦਾ ਹੈ? ਹਾਂ, ਪਿਤਾ ਮਿਹਰ ਕਰਦਾ ਹੈ, ਜਿੰਨਾ ਕੁ ਸਮਝਾਉਂਦਾ ਹੈ ਓਨਾ ਕੁ ਪੁੱਤ ਸਮਝਦਾ ਹੈ। ਗੁਰੂ ਪਿਆਰਿਓ, ਦੂਸਰਾ ਵਿਸ਼ਾ ਸੱਚੇ ਪਾਤਸ਼ਾਹ ਨੇ ਉਹਨਾਂ ਭਗਤ ਜਨਾਂ ਨੂੰ ਨਮਸਕਾਰ ਕੀਤੀ ਹੈ, ਜਿਨ੍ਹਾਂ ਨੇ ਆਪਣਾ ਆਪ ਵਾਰ ਕੇ, ਸੰਘਰਸ਼ ਛੱਡ ਕੇ ਆਪਣੇ ਆਪ ਨੂੰ ਪ੍ਰਭੂ ਨੂੰ ਸੌਂਪ ਦਿੱਤਾ, ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਤੇ ਬਦਲੇ ਦੇ ਵਿੱਚ ਉਹਨੂੰ ਸਾਰੇ ਨੂੰ ਪ੍ਰਾਪਤ ਕਰ ਲਿਆ। ਆਪ ਹੀ ਉਹਦਾ ਰੂਪ ਉਹਦੀ ਮਿਹਰ ਨਾਲ ਲੈ ਲਿਆ। ਤੀਸਰਾ, ਉਹ ਲੋਕ ਜਿਹੜੇ ਮਾਇਆ ਦੇ ਵਿੱਚ ਇੰਨੇ ਗੜੋਚ ਹੋ ਜਾਂਦੇ ਹਨ, ਹੰਕਾਰ ਨਾਲ ਭਰ ਜਾਂਦੇ ਹਨ, ਫਿਰ ਹੰਕਾਰ ਮਾੜਿਆਂ ਉੱਤੇ ਕੱਢਦੇ ਹਨ, ਭਗਤ ਜਨਾਂ ਦੀ ਨਿੰਦਿਆ ਕਰਦੇ ਹਨ। ਉਹਨਾਂ ਦਾ ਚੁਣਿਆ ਹੈ, ਉਹਨਾਂ ਨੂੰ ਨਾ ਹੋਏ ਜਾਂ
कूड़ियार, हरामखोर, चोर, संत के दोखी, निंदक कह के गरदानिया है ते उन्हां दी बनदी जगह उन्हां नूं दिखाई है कि जे तुसी प्यारिਆਂ ਨੂੰ ਜਲੀਲ ਕਰਦੇ ਹੋ, ਨਾ ਤੁਸੀਂ ਜਿਉਂਦਿਆਂ ਦੇ ਵਿੱਚ ਹੋ ਨਾ ਮਰਿਆਂ ਦੇ ਵਿੱਚ ਹੋ, ਤੁਸੀਂ ਜਿਉਂਦੇ ਲਟਕਦੇ ਹਵਾ ਦੇ ਵਿੱਚ ਮੁਰਦੇ ਹੋ। ਸੱਚੇ ਪਾਤਸ਼ਾਹ ਨੇ ਉਹਨਾਂ ਉੱਤੇ ਵੀ ਕਿਰਪਾ ਕੀਤੀ ਹੈ ਕਿ ਜਾਓ ਪ੍ਰਭੂ ਦੇ ਪਿਆਰੇ ਨੂੰ ਲੱਭੋ। ਉਸ ਪਿਆਰੇ ਨੂੰ ਜਿਹਨੇ ਸਾਰਾ ਕੁਝ ਛੱਡ ਕੇ ਆਪਣੇ ਆਪ ਨੂੰ ਅਕਾਲ ਨੂੰ ਦੇ ਦਿੱਤਾ ਹੈ, ਉਹ ਤੁਹਾਨੂੰ ਮਿਲ ਜਾਵੇਗਾ। ਤੁਹਾਡੇ ਸਾਰੇ ਕੀਤੇ ਹੋਏ ਗੁਨਾਹ, ਕੀਤੇ ਹੋਏ ਪਾਪ ਇੱਕ ਛਿਨ ਦੇ ਵਿੱਚ ਬਖਸ਼ਾ ਦੇਵੇਗਾ। ਪ੍ਰਭੂ ਦੇ ਪਿਆਰਿਆਂ ਦੇ ਵਿੱਚ ਇੰਨਾ ਜ਼ੋਰ, ਇੰਨਾ ਤੇਜ ਸੱਚੇ ਪਾਤਸ਼ਾਹ ਨੇ ਦਿੱਤਾ ਹੈ। ਗੁਰੂ ਪਿਆਰਿਓ, ਹਰ ਅਸ਼ਟਪਦੀ ਦੇ ਪਹਿਲਾਂ ਸ਼ਲੋਕ ਆਉਂਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। 24ਵੀਂ ਅਸ਼ਟਪਦੀ ਦੇ ਅੱਗੇ ਸ਼ਲੋਕ, ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ। ਸੱਚੇ ਪਾਤਸ਼ਾਹ ਨੇ ਪੂਰਾ ਲਫ਼ਜ਼ 3 ਵੇਰ ਸ਼ਲੋਕ ਦੇ ਵਿੱਚ, 4 ਵੇਰ ਸ਼ਲੋਕ ਦੇ ਵਿੱਚ ਵਰਤਿਆ ਹੈ। ਭਾਵ ਪੂਰਾ, ਪਰਫੈਕਟ, ਮੁਕੰਮਲ। ਪ੍ਰੀਤਮ ਪੂਰਾ ਹੈ, ਕਦੇ ਵੀ ਕੋਈ ਗਲਤੀ ਨਹੀਂ ਹੁੰਦੀ, ਉਹਨੂੰ ਪੂਰਾ ਗਿਣਿਆ ਜਾਂਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਪਰਫੈਕਟ ਪ੍ਰਭੂ, ਮੁਕੰਮਲ ਪ੍ਰਭੂ, ਪੂਰਾ ਪ੍ਰਭੂ। ਗੁਰੂ ਪਿਆਰਿਓ, ਦੁਨੀਆ ਦੇ ਵਿੱਚ ਬਹੁਤ ਅਧੂਰੇ ਹਨ। ਜੇ ਪੂਰਾ ਇੱਕ ਹੈ, ਇੱਕ ਓਂਕਾਰ ਹੈ, ਸਤਨਾਮ ਹੈ, ਅਕਾਲ ਮੂਰਤ ਹੈ, ਤਾਂ ਅਧੂਰੇ ਆਪਣੇ ਆਪ ਖੜੇ ਹੋ ਜਾਂਦੇ ਹਨ। ਜੇ ਸੰਤ ਇੱਕ ਹੈ ਤਾਂ ਆ ਸੰਤ ਬਥੇਰੇ ਪੈਦਾ ਹੋ ਜਾਂਦੇ ਹਨ। ਇਸੇ ਤਰ੍ਹਾਂ ਸਾਧੂ ਥੋੜ੍ਹੇ ਹਨ, ਆ ਸਾਧ ਜ਼ਿਆਦਾ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਅਧੂਰਿਆਂ ਬਾਰੇ ਸਾਨੂੰ ਅਗਾਹ ਕੀਤਾ ਹੈ ਕਿ ਦੇਖਿਓ ਕਿਤੇ ਫਸ ਨਾ ਜਾਇਓ। ਇਹ ਦੁਨੀਆ ਠੱਗਾਂ ਨਾਲ ਭਰੀ ਪਈ ਹੈ। ਪੂਰਾ ਲੱਭੋ। ਮੇਰੇ ਉੱਤੇ ਕਿਰਪਾ ਹੋ ਗਈ ਹੈ। ਮੈਂ ਪ੍ਰਭੂ ਦੇ ਗੁਣ ਉਹਦੀ ਕਿਰਪਾ ਨਾਲ ਗਾਏ ਹਨ। ਪੂਰੇ ਪ੍ਰਭੂ ਨੂੰ ਅਰਾਧਿਆ ਹੈ, ਉਹਦੀ ਅਰਾਧਨਾ ਕੀਤੀ ਹੈ, ਉਹਦੀ ਸਾਧਨਾ ਕੀਤੀ ਹੈ, ਕਿਉਂਕਿ ਉਹਦਾ ਨਾਮ ਹੀ ਸੱਚਾ ਹੈ, ਨਾਮ ਹੀ ਪੂਰਾ ਹੈ। ਮੈਨੂੰ ਪੂਰਾ ਮਿਲ ਗਿਆ ਹੈ ਕਿਉਂਕਿ ਮੈਂ ਉਹਦਾ ਗੀਤ ਗਾਇਆ ਹੈ। ਪੂਰਾ ਮੁਕੰਮਲ ਪ੍ਰਭੂ ਮੈਨੂੰ ਲੱਭ ਗਿਆ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹ ਇੱਕ ਹੀ ਹੈ, ਪਰਫੈਕਟ ਹੈ। ਨਾ ਉਹਦਾ ਸੱਚਾ ਹੈ, ਸੱਚੀ ਉਹਦੀ ਰਚਨਾ ਹੈ। ਮਿਹਰ ਕਰਦੇ ਹਨ ਅਸ਼ਟਪਦੀ, ਪੂਰੇ ਗੁਰ ਕਾ ਸੁਨ ਉਪਦੇਸ਼,
सच्चे पातशाह ने फिर पूरे परफेक्ट पूरे गुर का सुन उपदेश पार ब्रह्म निकट कर भेख। थोड़ी जी आपां होर विचार पूरे ते अधूरे बारे कर लईए। गुरु प्यारिओ, आराधना करन दे नाल मन नूं टिकाउण दे नाल अलाही शक्ति प्राप्त हुंदी है। नाड़ियां दा काम नहीं है, सबर नूं सांभण दा। जदों वो किरपा करता है प्रीतम प्यारा अकाल पुरख, तां अनाड़ी बिगड़ जाते हैं। ਉਹਦੀ ਕਿਰਪਾ ਨੂੰ ਆਪਣੀਆਂ ਕਾਂਢਾਂ ਕਰਮਾਂ ਦੇ ਵਿੱਚ ਲਾ ਕੇ ਰਿਧੀਆਂ ਸਿਧੀਆਂ ਦੇ ਵਿੱਚ ਫਸ ਜਾਂਦੇ ਹਨ। ਲੋਕ ਤਾਂ ਵਿਚਾਰੇ ਹਨ, ਭੋਲੇ ਹਨ, ਪਿਆਰੇ ਹਨ। ਉਹ ਤਾਂ ਜਿੱਥੇ ਵੀ ਥੋੜ੍ਹਾ ਬਹੁਤਾ ਤੇਜ ਪ੍ਰਤਾਪ ਦਿਸਦਾ ਹੈ ਉੱਥੇ ਡੁੱਲ ਜਾਂਦੇ ਹਨ ਤੇ ਉਹਨੂੰ ਹੀ ਪ੍ਰਭੂ ਸਮਝ ਬੈਠਦੇ ਹਨ। ਕਦੇ ਵੀ ਪੂਰੇ ਤੇ ਅਧੂਰੇ ਦਾ ਨਿਰਣਾ ਨਹੀਂ ਕਰਦੇ। ਯਕੀਨ ਹੀ ਇੰਨਾ, ਭਰੋਸਾ ਹੀ ਇੰਨਾ ਕਿ ਕੱਚੇ ਨੂੰ ਪੱਕਾ ਸਮਝ ਬੈਠਦੇ ਹਨ। ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਹੈ ਕਿ ਇਹ ਨਕਲੀ ਅਸਲੀ ਦੇ ਭੇਖ ਦੇ ਵਿੱਚ ਬੈਠਾ ਹੈ। ਫਿਰ ਉਹ ਸਾਰੇ ਦਾ ਸਾਰਾ ਆਪਣਾ ਸਵਾਰਥ ਵਧਾ ਕੇ ਉਹਨਾਂ ਗਰੀਬਾਂ ਨੂੰ ਲੁੱਟਦਾ ਹੈ। ਉਹਨਾਂ ਦੇ ਤਨ ਮਨ ਧਨ ਦਾ ਸ਼ੋਸ਼ਣ ਕਰਦਾ ਹੈ। ਬਹੁਤ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੇ ਅਧੂਰੇ ਹਨ, ਥਾਂ ਥਾਂ ਦੇ ਉੱਤੇ ਬੈਠੇ ਹਨ ਤੇ ਲੋਕਾਂ ਨੂੰ ਮਗਰ ਲਗਾ ਕੇ ਆਪਣਾ ਉਪਦੇਸ਼, ਝੂਠਾ ਉਪਦੇਸ਼ ਲੋਕਾਂ ਨੂੰ ਮਗਰ ਲਗਾਉਣ ਦੇ ਲਈ ਸਮਝਾਉਂਦੇ ਹਨ। ਬਹਾਨਾ ਲਗਾ ਕੇ ਪ੍ਰਭੂ ਦੇ ਨਾਮ ਦਾ ਆਪਣਾ ਨਾਮ ਜਪਾਉਂਦੇ ਹਨ। ਉਹਨਾਂ ਵਿਚਾਰਿਆਂ ਤੋਂ, ਉਹਨਾਂ ਭੋਲਿਆਂ ਤੋਂ, ਉਹਨਾਂ ਸਾਧਿਆਂ ਤੋਂ ਆਪਣੇ ਪੈਰ ਧਵਾਉਂਦੇ ਹਨ ਕਿ ਅਸੀਂ ਪ੍ਰਭੂ ਹਾਂ, ਅਸੀਂ ਈਸ਼ਵਰ ਹਾਂ। ਬਹੁਤਿਆਂ ਨੇ ਤਾਂ ਨਾਂ ਵੀ ਪ੍ਰਭੂ ਦਾ ਹੀ ਰੱਖ ਲਿਆ ਹੈ। ਆਪਣੇ ਆਪ ਨੂੰ ਮਹਾਰਾਜ, ਈਸ਼ਵਰ, ਭਗਵਾਨ ਕਹਿ ਕੇ ਲੋਕਾਂ ਨੂੰ ਸੰਬੋਧਨ ਕਰਦੇ ਹਨ। ਗੁਰੂ ਪਿਆਰਿਓ, ਉਹਨਾਂ ਅਧੂਰਿਆਂ ਤੋਂ ਬਚਣ ਦੀ ਲੋੜ ਹੈ। ਪੂਰੇ ਨੂੰ ਲੱਭਣਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪੂਰਨ ਹੈ, ਪਰਫੈਕਟ ਹੈ, ਗਿਆਨਵਾਨ ਹੈ, ਅੰਮ੍ਰਿਤ ਦਾ ਸਾਗਰ ਹੈ। ਅਧੂਰੇ ਟਿਕ ਨਹੀਂ ਸਕਦੇ। ਸੱਚੇ ਪਾਤਸ਼ਾਹ ਦੇ ਅੱਗੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਕਲੀ ਨਹੀਂ ਟਿਕ ਸਕਦੇ। ਸਾਧੂ ਹੀ ਟਿਕ ਸਕਦੇ ਹਨ, ਅਸਾਧੂ ਨਹੀਂ ਟਿਕ ਸਕਦੇ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਪੂਰੇ ਗੁਰ ਕਾ ਸੁਨ ਉਪਦੇਸ਼ ਪ੍ਰਾਣੀ, ਤੂੰ ਪੂਰੇ ਨੂੰ ਲੱਭ, ਪੂਰੇ ਗੁਰੂ ਨੂੰ ਲੱਭ, ਉਹਦੀ ਅਕਲ ਗ੍ਰਹਿਣ ਕਰ, ਉਹਦਾ ਉਪਦੇਸ਼ ਸੁਣ। ਪਾਰ ਬ੍ਰਹਮ ਨਿਕਟ ਕਰ ਭੇਖ। ਅਕਾਲ ਪੁਰਖ ਵਾਹਿਗੁਰੂ ਈਸ਼ਵਰ ਅੱਲਾ
ਤੇਰੀ ਆਰਾਧਨਾ ਨਾਲ ਤੂੰ ਨੇੜੇ ਕਰਕੇ ਵੇਖ, ਐਡਜਸਟਮੈਂਟ ਕਰ ਆਪਣੀ ਨਜ਼ਰ ਦੀ। ਜਿਵੇਂ ਦੁਨਿਆਵੀ ਕੈਮਰਾਮੈਨ ਫੋਟੋ ਖਿੱਚਣ ਦੇ ਵੇਲੇ ਲੈਂਸ ਨੂੰ ਜ਼ੂਮ ਕਰਦਾ ਹੈ, ਨੇੜੇ ਲੈ ਆਉਂਦਾ ਹੈ, ਉਹ ਆਪਣੀ ਅਕਲ ਵਰਤਦਾ ਹੈ, ਆਪਣੀ ਸਮਝ ਨਾਲ ਫੋਟੋ ਨੂੰ ਠੀਕ ਖਿੱਚਦਾ ਹੈ। ਇਸੇ ਤਰ੍ਹਾਂ ਤੂੰ ਆਪਣੀ ਅਕਲ ਵਰਤ, ਪੂਰੇ ਦਾ ਉਪਦੇਸ਼ ਸੁਣ ਕੇ ਪ੍ਰੀਤਮ ਪਿਆਰੇ ਨੂੰ ਆਪਣੇ ਨੇੜੇ ਵੇਖ। ਉਹ ਦੂਰ ਹੈ ਹੀ ਨਹੀਂ, ਕਦੇ ਵੀ ਤੇਰੇ ਨਾਲੋਂ ਪ੍ਰੀਤਮ ਪਿਆਰਾ ਦੂਰ ਗਿਆ ਹੀ ਨਹੀਂ, ਤੇਰੇ ਵਿੱਚ ਹੀ ਵੱਸਦਾ ਹੈ, ਤੇਰੇ ਨਾਲ ਹੀ ਰਹਿੰਦਾ ਹੈ। ਅਸਲ 'ਚ ਤੂੰ ਹੈ ਹੀ ਨਹੀਂ, ਉਹੀ ਹੈ। ਸੋ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਸ ਈਸ਼ਵਰ ਨੂੰ ਸਮਝ ਲੈ, ਉਹ ਬਿਲਕੁਲ ਤੇਰੇ ਨੇੜੇ ਹੈ। ਤੂੰ ਕੀ ਕਰਨਾ ਹੈ? ਤੇਰਾ ਕਰਤੱਵਿਆ ਕੀ ਹੈ ਪ੍ਰਾਣੀ? ਸਾਸ ਸਾਸ ਸਿਮਰੋ ਗੋਬਿੰਦ। ਉਸ ਪਾਕਾਲ ਪੁਰਖ ਦੀ, ਉਸ ਸੰਸਾਰੀ ਪ੍ਰਭੂ ਦੀ ਆਰਾਧਨਾ ਕਰ। ਸਾਸ ਸਾਸ, ਇੱਕ ਸਵਾਸ ਸਵਾਸ। ਜਦੋਂ ਤੂੰ ਸਾਹ ਨੂੰ ਅੰਦਰ ਖਿੱਚਦਾ ਹੈ ਤਾਂ ਕਹਿ ਵਾਹਿਗੁਰੂ ਵਾਹਿਗੁਰੂ। ਜਦੋਂ ਬਾਹਰ ਕੱਢਦਾ ਹੈ ਫਿਰ ਕਹਿ ਵਾਹਿਗੁਰੂ ਵਾਹਿਗੁਰੂ। 24,000 ਸਵਾਸ, 2 ਵੇਰ ਉਸ ਸਵਾਸ ਨੂੰ ਅੰਦਰ ਖਿੱਚਣ ਵੇਲੇ, 2 ਵੇਰ ਬਾਹਰ ਕੱਢਣ ਵੇਲੇ, ਭੋਲਿਆ ਤੂੰ ਤਾਂ ਉਹਦਾ ਹੀ ਬਣ ਗਿਆ। ਉਹ ਤੇਰੇ ਸਿਸਟਮ ਦੇ ਵਿੱਚ ਪ੍ਰਵੇਸ਼ ਕਰ ਗਿਆ। ਤੇਰੀ ਰਚਨਾ ਆਟੋ ਸਿਸਟਮ ਉੱਤੇ ਟਿਕ ਗਈ। ਤੂੰ ਆਪਣੇ ਆਪ ਉਹਨੂੰ ਸਿਮਰਨ ਲੱਗ ਪਿਆ। ਤੇਰੇ ਉੱਤੇ ਕਿਰਪਾ ਅਵਾਸ਼ੀ ਹੀ ਹੋ ਜਾਵੇਗੀ। ਫਿਰ ਕੀ ਹੋਵੇਗਾ? ਮਨ ਅੰਤਰ ਕੀ ਉਤਰੈ ਚਿੰਦ। ਤੇਰੇ ਮਨ ਦੇ ਉੱਤੇ ਜਿਹੜੀ ਚਿੰਤਾ ਚੜ੍ਹੀ ਹੋਈ ਹੈ, ਤੇਰੇ ਮਨ ਦੇ ਉੱਤੇ ਜਿਹੜੇ ਫਿਕਰ ਛਾਏ ਪਏ ਹਨ, ਉਹ ਸਾਰੇ ਦੇ ਸਾਰੇ ਦੂਰ ਚਲੇ ਜਾਣਗੇ। ਬਿਲਕੁਲ ਸਾਫ਼ ਹੋ ਜਾਵੇਗਾ ਤੇਰਾ ਮਨ, ਸ਼ਾਂਤ ਤੇ ਸਾਫ਼। ਪਹਿਲਾ ਵਰਗਾ ਨਵਾਂ ਨਕੋਰ ਜਦੋਂ ਪ੍ਰੀਤਮ ਪਿਆਰੇ ਨੇ ਤੇਰਾ ਆਕਾਰ ਬਣਾਇਆ ਸੀ, ਉਸ ਤਰ੍ਹਾਂ ਦਾ ਨਵਾਂ ਸਾਰੀ ਦੀ ਸਾਰੀ ਮੈਲ ਉਤਰ ਜਾਵੇਗੀ। ਆਸ ਅਨਿਤ ਤਿਆਗੋ ਤਰੰਗ। ਸੰਤ ਜਨਾ ਕੀ ਧੂਰ ਮਨ ਮੰਗ। ਜਿਹੜੀਆਂ ਤੇਰੇ ਮਨ ਦੇ ਵਿੱਚ ਝੂਠੀਆਂ ਖਾਸ਼ਾਂ ਪੈਦਾ ਹੁੰਦੀਆਂ ਹਨ, 1 ਮਿੰਟ ਦੇ ਵਿੱਚ 6 ਤੈਨੂੰ ਖਿਆਲ ਆਉਂਦੇ ਹਨ। ਸਾਰੇ ਦੇ ਸਾਰਾ ਦਿਨ ਰਾਤ ਸੁਪਨੇ ਆਈ ਜਾਂਦੇ ਹਨ, ਦਿਨੇ ਖਿਆਲ ਆਈ ਜਾਂਦੇ ਹਨ। ਉਹ ਸੱਚੇ ਪਾਤਸ਼ਾਹ ਤੈਨੂੰ ਪਵਿੱਤਰ ਰੂਪ ਦੇ ਵਿੱਚ ਆਰਾਧਨਾ ਦੇ ਵਿੱਚ ਤਬਦੀਲ ਕਰ ਦੇਣਗੇ। ਹੁਣ ਤੈਨੂੰ ਉਹ ਪਸਾਉਂਦੇ ਹਨ। ਤੇਰੇ ਜਿਹੜੇ ਘੜੀ ਘੜੀ ਖਿਆਲ ਆਉਂਦੇ ਹਨ, ਉਹ ਤੇਰੀ ਆਤਮਾ ਉੱਤੇ ਭਾਰ ਪਾਉਂਦੇ ਹਨ। ਤੂੰ ਆਪ ਛੱਡ ਨਹੀਂ ਸਕਦਾ। ਤੈਨੂੰ ਲੋੜ ਹੈ ਸਹਾਇਤਾ ਦੀ, ਪ੍ਰਭੂ ਦੀ ਮਿਹਰ ਦੀ। ਤੂੰ ਉਹਨੀਆਂ ਝੂਠੀਆਂ ਖਾਸ਼ਾਂ ਨੂੰ, ਝੂਠੇ ਸੁਪਨਿਆਂ ਨੂੰ ਛੱਡ ਦੇ।
ਹੁਣ ਤੂੰ ਲੱਭ ਲੈ ਆਪਣੇ ਪਿਆਰੇ ਨੂੰ, ਜਿਹਨੇ ਉਹ ਪਾਇਆ ਹੈ, ਦਾਸ ਨੂੰ, ਸੇਵਕ ਨੂੰ, ਜਿਹਦੇ ਨਾਲ ਤੈਂ ਤਰਨਾ ਹੈ। ਉਹਦੇ ਚਰਨਾਂ ਦੀ ਧੂੜ ਮੰਗ ਤੇ ਉਹਦੀ ਕੰਪਨੀ ਕਰ, ਉਹਦੀ ਸੰਗਤ ਕਰ। ਉਹਦੀ ਸੰਗਤ ਕਰਨ ਦੇ ਨਾਲ ਤੇਰਾ ਹਿਰਦਾ ਪਵਿੱਤਰ ਰਹੇਗਾ। ਜੇ ਮੁੜ ਕੇ ਤੂੰ ਮਾਇਆ ਦੇ ਪਿੱਛੇ ਲੱਗ ਗਿਆ, ਫਿਰ ਤੈਨੂੰ ਉਹ ਚਿੰਤ ਚੜ੍ਹ ਜਾਵੇਗੀ, ਚਿੰਦ ਚੜ੍ਹ ਜਾਵੇਗੀ, ਜਿਹੜੀ ਨਾਮ ਦੇ ਨਾਲ ਮਸਾਂ ਉਤਰੀ ਹੈ। ਤੂੰ ਮਿਹਰ ਮੰਗ ਲੈ ਪ੍ਰਭੂ ਤੋਂ, ਪਿਆਰੇ ਤੋਂ। ਉਹਦੀ ਮਿਹਰ ਦੇ ਨਾਲ ਸਾਰਾ ਕੁਝ ਸਾਫ਼ ਪਵਿੱਤਰ ਹੋ ਜਾਵੇਗਾ। ਆਪ ਛੋੜ ਬੇਨਤੀ ਕਰੋ, ਆਪ ਛੋੜ ਬੇਨਤੀ ਕਰੋ। ਸੱਚੇ ਪਾਤਸ਼ਾਹ ਸਮਝਾ ਰਹੇ ਹਨ ਕਿ ਆਪਣੇ ਆਪ ਨੂੰ ਛੱਡ ਦੇ, ਆਪਣੇ ਆਪ ਨੂੰ ਮਾਰ ਦੇ, ਆਪਣੀ ਈਗੋ ਨੂੰ ਖਤਮ ਕਰ ਦੇ। ਜਿੰਨੀ ਦੇਰ ਈਗੋ ਹੈ, ਜਿੰਨੀ ਦੇਰ ਤੇਰੇ ਵਿੱਚ ਮੈਂ ਬਚੀ ਹੋਈ ਹੈ, ਉਹਨੇ ਤੈਨੂੰ ਨਹੀਂ ਮਿਲਣਾ। ਇਸ ਕੰਧ ਨੂੰ ਢਾਹ ਦੇ। ਜਿੰਨੀ ਦੇਰ ਤੂੰ ਮੰਗਦਾ ਹੈ, ਤੇਰੀ ਮੈਂ ਹੀ ਮੰਗਦੀ ਹੈ। ਜਿੰਨੀ ਦੇਰ ਤੂੰ ਕਲੇਮ ਕਰਦਾ ਹੈ, ਚਾਹੇ ਬੇਨਤੀ ਨਾਲ ਹੀ ਕਰਦਾ ਹੈ, ਚਾਹੇ ਪ੍ਰੇਅਰ ਦੇ ਨਾਲ ਹੀ ਕਰਦਾ ਹੈ, ਚਾਹੇ ਅਰਦਾਸ ਨਾਲ ਹੀ ਕਰਦਾ ਹੈ, ਪਰ ਕਰਦਾ ਤਾਂ ਤੂੰ ਹੀ ਹੈ। ਤੂੰ ਹੀ ਤਾਂ ਰੁਕਾਵਟ ਹੈ, ਤੂੰ ਹੀ ਤਾਂ ਕੰਧ ਹੈ ਵਿਚਕਾਰ ਪ੍ਰਭੂ ਦੇ। ਜੇ ਤੂੰ ਮੰਗਦਾ ਵੀ ਹੈ, ਮਿਹਨਤ ਵੀ ਕਰਦਾ ਹੈ, ਤਾਂ ਕਰਦਾ ਤਾਂ ਤੂੰ ਆਪਣੀ ਮੈਂ ਦੇ ਨਾਲ ਹੀ ਹੈ। ਇਹੀ ਤਾਂ ਜੱਬ ਹੈ। ਤੈਨੂੰ ਇਹ ਪਿੱਛੇ ਹਟਾਉਣੀ ਹੀ ਪਵੇਗੀ। ਓਨੀ ਦੇਰ ਇਹ ਕੰਧ ਢਹਿਣੀ ਨਹੀਂ। ਬੜੀ ਪੱਕੀ ਕੰਧ ਹੈ, ਹੰਕਾਰ ਦੀ ਕੰਧ। ਆਪ ਛੱਡ, ਆਪਣੇ ਆਪ ਨੂੰ ਛੱਡ ਦੇ ਤੇ ਬੇਨਤੀ ਕਰੋ। ਬੇਨਤੀ ਅਕਾਲ ਪੁਰਖ ਨੂੰ ਕਰ ਕਿ ਮੇਰੀ ਸਹਾਇਤਾ ਕਰ। ਮੇਰੇ ਤੋਂ ਇਹ ਕੰਧ ਢਹਿੰਦੀ ਨਹੀਂ, ਬੜੀ ਪੱਕੀ ਹੈ। ਸਾਧ ਸੰਗ ਅਗਨ ਸਾਗਰ ਤਰੋ। ਜਦ ਤੈ ਮੈਂ ਛੱਡ ਦਿੱਤੀ, ਆਪਣੇ ਪਿਆਰੇ ਨੂੰ ਲੱਭ ਲਿਆ, ਜਿਹਨੇ ਪੂਰਨ ਨੂੰ ਪਾਇਆ ਹੋਇਆ ਹੈ, ਜਿਹਦੇ ਉੱਤੇ ਪਰਫੈਕਟ ਲਾਰਡ ਗੋਡ ਨੇ ਕਿਰਪਾ ਕਰੀ ਹੋਈ ਹੈ। ਹੁਣ ਤੈਨੂੰ ਉਹਦਾ ਪਿਆਰਾ ਲੱਭ ਜਾਵੇ, ਫਿਰ ਆਹ ਜਿਹੜੀ ਮਾਇਆ ਦੀ ਅੱਗ ਹੈ, ਮਾਇਆ ਦਾ ਸਾਗਰ ਹੈ, ਜਿਹਨੂੰ ਭਵਜਲ ਕਹਿੰਦੇ ਹਨ, ਉਹ ਸਹਿਜੇ ਹੀ ਤੂੰ ਤਰ ਜਾਵੇਂਗਾ। ਸਮੁੰਦਰ ਠਾਠਾਂ ਮਾਰ ਰਿਹਾ ਹੈ, ਤ੍ਰਿਸ਼ਨਾ ਦਾ, ਲਾਲਚ ਦਾ, ਹੰਕਾਰ ਦਾ, ਹਉਮੈ ਦਾ। ਜੇ ਤੇਰੇ ਉੱਤੇ ਸਾਧੂ ਦੀ ਕਿਰਪਾ ਹੋਗੀ, ਅਸਲੀ ਦੀ, ਨਕਲੀ ਤਾਂ ਆਪ ਹੀ ਡੁੱਬਦਾ ਹੈ। ਉਹਨੇ ਤੈਨੂੰ ਕੀ ਤਾਰਨਾ ਹੈ। ਫਿਰ ਤੂੰ ਸਹਿਜੇ ਹੀ ਇਹ ਸਾਗਰ ਪਾਰ ਕਰ ਲਵੇਂਗਾ। ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਜਿਸ ਤਰ੍ਹਾਂ ਸੇਠ ਦੁਨੀ ਚੰਦ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉਹਨਾਂ ਦੀ ਦਿੱਤੀ ਹੋਈ ਸੂਈ
ਨਮਸਕਾਰ ਕਰਕੇ ਵਾਪਸ ਮੋੜੀ ਸੀ ਤੇ ਕਿਹਾ ਸੀ, ਪਾਤਸ਼ਾਹ ਜਦ ਮੇਰਾ ਸਰੀਰ ਵੀ ਨਹੀਂ ਨਾਲ ਜਾਣਾ, ਇਹ ਸੂਈ ਕਿਸ ਤਰ੍ਹਾਂ ਮੈਂ ਲੈ ਕੇ ਜਾਊਂਗਾ ਤੇ ਤੁਹਾਨੂੰ ਦਰਗਾਹ ਦੇ ਵਿੱਚ ਕਿਵੇਂ ਮੋੜੂੰਗਾ। ਪਾਤਸ਼ਾਹ ਦੁਨੀਆ ਨੂੰ ਤਾਰਨ ਵਾਲਿਓ, ਮੇਰੀ ਮਜਬੂਰੀ ਹੈ। ਦੁਨੀ ਚੰਦ ਨੂੰ ਸੱਚੇ ਪਾਤਸ਼ਾਹ ਨੇ ਮੁਸਕਰਾ ਕੇ ਕਹਿ ਦਿੱਤਾ, ਦੁਨੀ ਚੰਦ ਇੱਕ ਖਾਤਾ ਖੋਲ੍ਹ ਲੈ ਟ੍ਰਾਂਸਫਰ ਕਰਨ ਦਾ। ਭੋਲਿਆ ਇੱਕ ਸੂਈ ਕੀ, ਤੂੰ ਤਾਂ ਬਹੁਤ ਕੁਝ ਨਾਲ ਲਿਜਾ ਸਕਦਾ ਹੈ। ਹਰ ਕੰਮ ਦਾ ਤਰੀਕਾ ਹੁੰਦਾ ਹੈ। ਤੂੰ ਇੱਥੇ ਅਕਾਊਂਟ ਨੇਕੀ ਦਾ ਖੋਲ੍ਹ ਲੈ ਤੇ ਦੂਸਰੇ ਪਾਸੇ ਤੇਰਾ ਅਕਾਊਂਟ ਪ੍ਰਭੂ ਖੋਲ੍ਹ ਦੇਵੇਗਾ। ਜਿਵੇਂ ਚੈਕਿੰਗ ਅਕਾਊਂਟ ਦੇ ਵਿੱਚ ਅਕਾਊਂਟ ਧਾਰਕ ਟ੍ਰਾਂਸਫਰ ਕਰ ਦਿੰਦੇ ਹਨ, ਉਸੇ ਤਰ੍ਹਾਂ ਤੂੰ ਇੱਥੇ ਦਾ ਉੱਥੇ ਲਿਜਾ ਸਕੇਗਾ। ਭੰਡਾਰ ਸੱਚ ਦੇ ਭਰ ਲੈ, ਦੇਣ ਵਾਲੇ ਭਰ ਲੈ, ਲੋਕਾਂ ਨੂੰ ਵੰਡਣ ਵਾਲੇ ਭਰ ਲੈ ਤੇ ਉਹ ਐਟੋਮੈਟਿਕ ਉੱਥੇ ਟ੍ਰਾਂਸਫਰ ਹੋ ਜਾਣਗੇ। ਕਹਿੰਦੇ ਨੇ ਦੁਨੀ ਚੰਦ ਨੇ ਨਮਸਕਾਰ ਕੀਤਾ ਤੇ ਮਹਾਦਾਨੀ ਹੋ ਨਿਬੜਿਆ। ਸਾਧ ਸੰਗ ਅਗਨ ਸਾਗਰ ਤਰੋ, ਹਰ ਧਨ ਕੈ ਭਰ ਲਿਓ ਭੰਡਾਰ। ਆਪਣਾ ਖਾਤਾ ਖੋਲ੍ਹ ਲਵੋ, ਪ੍ਰਭੂ ਦੇ ਨਾਮ ਦਾ ਧਨ ਇਕੱਠਾ ਕਰਕੇ ਉਹਦੇ ਭੰਡਾਰੇ ਭਰ ਲਵੋ। ਨਾਨਕ ਗੁਰ ਪੂਰੇ ਨਮਸਕਾਰ। ਫਿਰ ਸੱਚੇ ਪਾਤਸ਼ਾਹ ਨੇ ਪੂਰੇ ਲਫ਼ਜ਼ ਨੂੰ ਵਰਤਿਆ ਹੈ। ਨਾਨਕ ਗੁਰ ਪੂਰੇ ਨਮਸਕਾਰ। ਮੈਂ ਉਸ ਪੂਰਨ ਪਰਮੇਸ਼ਰ ਨੂੰ, ਪੂਰੇ ਅਕਾਲ ਪੁਰਖ ਨੂੰ ਸਜਦਾ ਕਰਦਾ ਹਾਂ। ਹੇ ਨਾਨਕ, ਮੈਂ ਘੋਲ ਘੁਮਾਇਆ ਜਾਂਦਾ ਹਾਂ ਮੇਰੇ ਪ੍ਰੀਤਮ ਪਿਆਰੇ ਦੇ ਉੱਤੋਂ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ ਸ਼ਲੋਕ। ਪੂਰਾ ਪ੍ਰਭ ਰਾਧਿਆ ਪੂਰਾ ਜਾਕਾ ਨਾਉ। I have meditated on the perfect Lord, and his name is also perfect. ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। By singing his song, by singing his praise, I have obtained perfect master. Nanak has obtained the perfect master. अष्टपदी। पूरे गुण का सुन उपदेश। Listen to the instruction of the perfect Guru. पार ब्रह्म निकट कर पेख। See the Supreme Lord as near, close to you. ਸਾਸ ਸਾਸ ਸਿਮਰੋ ਗੋਬਿੰਦ। At every breath, meditate upon the world Lord, universal Lord, Lord of everywhere. ਮਨ ਅੰਤਰ ਕੀ ਉਤਰੇ ਚਿੰਦ। ਮਨ ਅੰਤਰ ਕੀ ਉਤਰੇ ਚਿੰਦ। The anxiety of the mind and heart shall depart. ਆਸ ਅਨਿਤ ਤਿਆਗੋ ਤਰੰਗ। Abandon the waves of the transient desires. Heartily pray for the dust of saints' feet. ਆਸ ਅਨਿਤ ਤਿਆਗੋ ਤਰੰਗ। ਸੰਤ ਜਨਾਂ ਕੀ ਧੂਰ ਮਨ ਮੰਗ।
abandon the waves of ego, desires, and pray from your heart to get the dust of saints' feet. आप छोड़ बेनती करो, renounce the pride and your ego and make supplication. साध संग अगन सागर तरो. In the saints' society cross the ocean of fire. हर धन के भर लियो भंडार, नानक गुर पूरे नमस्कार. With God's wealth fill thine treasures. Nanak makes obeisance unto the perfect Lord, unto the perfect God. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਅਪਾਰ ਕੀਤੀ ਹੈ। ਪੂਰਨ ਪਰਫੈਕਟ ਪ੍ਰਭੂ ਪਿਆਰੇ ਉੱਤੇ ਜ਼ੋਰ ਦੇ ਕੇ ਸਮਝਾਇਆ ਹੈ ਕਿ ਦੇਖ ਲਵੋ ਪੂਰਾ ਕੌਣ ਹੈ। ਇੱਥੇ ਫਸ ਨਾ ਜਾਇਓ ਅਧੂਰਿਆਂ ਦੇ ਵਿੱਚ। ਮੈਨੂੰ ਗੁਰੂ ਦਾ ਗੀਤ ਗਾ ਕੇ ਉਹਦੀ ਕਿਰਪਾ ਦੇ ਨਾਲ ਉਹਦਾ ਸਿਮਰਨ ਕਰਕੇ, ਜਿਹਦਾ ਨਾਮ ਵੀ ਸੱਚਾ ਹੈ, ਆਪ ਵੀ ਸੱਚਾ ਹੈ, ਮਿਲ ਗਿਆ ਹੈ। ਪੂਰੇ ਗੁਰੂ ਦਾ ਉਪਦੇਸ਼ ਸੁਣ ਪ੍ਰਾਣੀ, ਜਿਹੜਾ ਤੇਰੇ ਨਾਲ ਹੀ ਰਹਿੰਦਾ ਹੈ, ਬਿਲਕੁਲ ਤੇਰੇ ਨੇੜੇ ਹੈ। ਉਹਨੂੰ ਦੇਖ, ਆਪਣੇ ਸਵਾਸਾਂ ਨੂੰ ਸਫਲਾ ਕਰ। ਸਵਾਸ ਉਹਨੂੰ ਚਿਤਵ। ਤੇਰੇ ਮਨ ਦੇ ਉੱਤੇ ਚੜ੍ਹੀ ਹੋਈ ਮੈਲ, ਈਗੋ ਦੀ, ਤ੍ਰਿਸ਼ਨਾ ਦੀ, ਉਹ ਲੈ ਜਾਵੇਗੀ। ਜਿਹੜੀਆਂ ਫੁਰਨੇ ਤੈਨੂੰ ਆਉਂਦੇ ਹਨ, ਸਵਾਰਥ ਦੇ, ਮਾਇਆ ਦੇ, ਤੈਨੂੰ ਭਟਕਾਉਂਦੇ ਹਨ, ਉਹਨਾਂ ਦਾ ਖਹਿੜਾ ਛੱਡ ਦੇ। ਹੁਣ ਤੂੰ ਬੇਨਤੀ ਕਰ ਪ੍ਰਭੂ ਪਿਆਰੇ ਨੂੰ ਕਿ ਮਿਹਰਬਾਨ ਦਾਤੇ, ਮੈਨੂੰ ਤੇਰਾ ਕੋਈ ਪਿਆਰਾ ਮਿਲਾ ਦੇ, ਜਿਹਨੇ ਤੈਨੂੰ ਪਾਇਆ ਹੈ। ਮੈਨੂੰ ਉਹਦੀ ਸੰਗਤ ਮਿਲ ਜਾਵੇ। ਮੈਂ ਵੀ ਪਾਪੀ ਤਰ ਜਾਵਾਂ, ਪਰ ਇਹ ਸੰਭਵ ਤਾਂ ਹੀ ਹੈ ਜੇ ਪਹਿਲਾਂ ਆਪਣੇ ਆਪ ਨੂੰ ਛੱਡ ਦੇਵੇਂ ਪ੍ਰਾਣੀ। ਤੈਂ ਸਾਗਰ ਪਾਰ ਕਰਨਾ ਹੈ ਨਾਮ ਦੀ ਨਈਆ ਨਾਲ। ਸਾਗਰ ਵੱਡਾ ਹੈ, ਵੱਡੇ ਵੱਡੇ ਤੂਫਾਨ ਆਉਂਦੇ ਹਨ, ਬਿਜਲੀ ਲਿਸ਼ਕਦੀ ਹੈ, ਬੱਦਲ ਘੋਰਦੇ ਹਨ। ਨਈਆ ਡੋਲ ਜਾਵੇਗੀ। ਨਾਮ ਦੀ ਨਈਆ ਤੈਨੂੰ ਪਾਰ ਲਗਾ ਸਕਦੀ ਹੈ। ਆਪਣੇ ਰੋਜ਼ ਨਾਮਚੇ ਨੂੰ ਬਦਲ ਲੈ ਪ੍ਰਾਣੀ। ਜਿਹੜਾ ਦਰਿਆਵੀ ਧਨ ਇਕੱਠਾ ਕਰਦਾ ਹੈ, ਸਾਰੇ ਦਾ ਸਾਰਾ ਇੱਥੇ ਰਹਿ ਜਾਵੇਗਾ। ਜੇ ਦਾਨ ਦਾ ਧਨ, ਨਾਮ ਦਾ ਧਨ ਇਕੱਠਾ ਕਰੇਗਾ ਤਾਂ ਐਟੋਮੈਟਿਕ ਟਰਾਂਸਫਰ ਹੋ ਜਾਵੇਗਾ। ਤੇਰਾ ਅਗਲਾ ਜੀਵਨ ਮੋਕਸ਼ ਵਾਲਾ, ਸੁੱਖ ਸ਼ਾਂਤੀ ਨਾਲ ਉਹਦੇ ਚਰਨਾਂ ਦੇ ਵਿੱਚ ਬੀਤ ਜਾਵੇਗਾ। ਨਾਨਕ ਨੂੰ ਮਿਹਰ ਨਾਲ ਪਿਆਰਾ ਪ੍ਰੀਤਮ ਮਿਲ ਗਿਆ। ਪਰਫੈਕਟ ਪੂਰਨ ਪ੍ਰਭੂ ਲੱਭ ਗਿਆ ਤੇ ਨਾਨਕ ਉਹਦੇ ਉੱਤੋਂ ਘੋਲ ਕਮਾਇਆ ਜਾਂਦਾ ਹੈ।
ਉਹਨੂੰ ਡੰਡਵਤ ਪ੍ਰਣਾਮ ਕਰਦਾ ਹੈ, ਨਮਸਕਾਰ ਕਰਦਾ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।